dear students, ਬੱਚਿਓ ਚੈਪਟਰ 4 ਕਾਰਬਨ ਐਂਡ ਇਟਸ ਕੰਪਾਊਂਡਸ ਯਾਨੀ ਕਾਰਬਨ ਅਤੇ ਉਸ ਦੇ ਯੌਗਿਕ ਦੇ ਅੱਜ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਬਹੁਤ ਹੀ ਇੱਕ ਖਾਸ ਜੋ ਕਾਰਬਨ ਦਾ ਯੌਗਿਕ ਹੈ, ਮਹੱਤਵਪੂਰਨ ਯੌਗਿਕ ਹੈ, ਉਹ ਪੜਾਂਗੇ। ਉਸ ਦੇ ਬਾਰੇ ਡਿਟੇਲ ਵਿੱਚ ਪੜਾਂਗੇ ਜਿਸ ਦਾ ਨਾਮ ਹੈ ਇਥੇਨੋਲ। ਸੋ ਇਥੇਨੋਲ ਵਰਗੇ ਬਹੁਤ ਹੀ ਹੋਰ ਵੀ ਜੋ ਕੰਪਾਊਂਡਸ ਨੇ ਕਾਰਬਨ ਦੇ ਨੇ, पर साडे सिलेबस के अकॉर्डिंग इथेनॉल ਅਤੇ इथेनॉइक तेजाब ज़्यादा इंपॉर्टेंट ने। सो अज असी इथेनॉल के उत्ते कुछ डिस्कशनस करांगे, कुछ देखांगे कि एक की हुंदा है। ठीक है, सो इथेनॉल बहुत सारे कार्बन यौगिकां दे नाल एक बहुत ही महत्वपूर्ण एक साडी डेली लाइफ दे विच वरतन वाला एक यौगिक है। इथेनॉल ਦੇ ਵਿੱਚ 2 ਕਾਰਬਨ ਦੇ ਤੱਤ ਯਾਨੀ ਐਟਮ ਲੱਗੇ ਹੁੰਦੇ ਹਨ ਅਤੇ 5 ਹਾਈਡਰੋਜਨ ਦੇ ਤੱਤ ਕਾਰਬਨ ਨੂੰ ਲੱਗੇ ਹੁੰਦੇ ਹਨ ਅਤੇ ਇੱਕ OH ਗਰੁੱਪ ਵੱਖਰਾ ਆਕਸੀਜਨ ਤੇ ਜਿਸ ਦੇ ਨਾਲ H ਯਾਨੀ ਅਲਕੋਹਲ ਗਰੁੱਪ ਇਸ ਦੇ ਨਾਲ ਲੱਗਾ ਹੁੰਦਾ ਹੈ। ਸੋ ਅਸੀਂ ਇੱਥੇ ਵੀ ਦੇਖ ਸਕਦੇ ਹਾਂ 2 ਕਾਰਬਨ ਹਰ ਇੱਕ ਕਾਰਬਨ ਦੇ ਨਾਲ ਪਹਿਲੇ ਕਾਰਬਨ ਦੇ ਨਾਲ 3H ਲੱਗੇ ਹਨ ਯਾਨੀ ਹਾਈਡਰੋਜਨ ਲੱਗੇ ਹਨ ਤੇ ਦੂਸਰੇ ਕਾਰਬਨ ਦੇ ਨਾਲ 2H ਲੱਗੇ ਹਨ ਅਤੇ ਇੱਕ ਆਕਸੀਜਨ ਅਤੇ ਉਸ ਦੇ ਨਾਲ H ਲੱਗਾ ਹੋਇਆ ਹੈ। ਸੋ ਕਾਰਬਨ ਦੇ ਵਿੱਚ ਸਾਨੂੰ ਪਤਾ ਹੈ ਕਿ ਹਰ ਕਾਰਬਨ ਦੇ 4 ਬੰਧਨ ਬਣਨੇ ਬਹੁਤ ਜ਼ਰੂਰੀ ਹੁੰਦੇ ਹਨ। ਅਗਰ ਇਸ ਦਾ ਇੱਕ ਸਟਰਕਚਰਲ ਫਾਰਮੂਲਾ ਦੇਖੀਏ ਤੇ ਸਟਰਕਚਰਲ ਫਾਰਮੂਲੇ ਦੇ ਅਨੁਸਾਰ ਅਗਰ ਤੁਸੀਂ ਦੇਖ ਸਕਦੇ ਹੋ CC ਸਿੰਗਲ ਬੌਂਡਿੰਗ ਹੀ ਹੈ ਸਾਰੇ ਪਾਸੇ। ਠੀਕ ਹੈ, ਪਹਿਲੇ ਦੇ ਨਾਲ 3H, ਦੂਸਰੇ ਦੇ ਨਾਲ 2H ਤੇ ਫਰਦਰ ਇੱਕ OH ਗਰੁੱਪ। ਹੁਣ OH ਗਰੁੱਪ ਤੁਹਾਨੂੰ ਪਤਾ ਹੈ ਫੰਕਸ਼ਨਲ ਗਰੁੱਪ ਹੈ, पर अगर इसमें स्ट्रक्चरल फार्मूला है पहले खोल के बनतर दी हुई है। अगर इसका मैं मॉलिक्यूलर फार्मूला लिखा तो मैं लिखांगी C2H5OH। ठीक है, सो OH की है, OH एक फंक्शनल ग्रुप है जो असी पढ़ चुके हैं। OH यानी अल्कोहल दा ग्रुप। ठीक है, सो OH जिहड़ा है अल्कोहलिक ग्रुप है जिसकी आवाज़ की आउंदी है OL आउंदी है ओल। ਅਲਕੋਹਲ ਨੂੰ ਪੂਰਾ ਬੋਲੋ ਤੇ ਓਲ ਦੀ ਆਵਾਜ਼ ਪਿੱਛੇ ਆਉਂਦੀ ਹੈ ਨਾ। ਸੋ ਅਲਕੋਹਲ ਦੀ ਜਿਹੜੀ ਆਪਾਂ ਨੇਮਿੰਗ ਕਰਨੀ ਹੁੰਦੀ ਹੈ ਹਮੇਸ਼ਾ ਇਸ ਤਰ੍ਹਾਂ ਕਰਦੇ ਹਾਂ ਕਿ ਉਹਦਾ ਜਿਹੜਾ ਐਂਡ ਹੁੰਦਾ ਹੈ ਉੱਥੇ ਅਸੀਂ OL ਦੀ ਆਵਾਜ਼ ਦਿੰਦੇ ਹਾਂ ਓਲ। ਤੇ ਅਲਕੋਹਲ ਜ਼ਿਆਦਾਤਰ ਬੱਚੇ ਅਸੀਂ ਹੋਮੋਲੋਗਸ ਸੀਰੀਜ਼ ਕਰ ਚੁੱਕੇ ਹਾਂ, ਉਹਨਾਂ ਦਾ ਫਾਰਮੂਲਾ CnHn+1OH ਹੁੰਦਾ ਹੈ। ਠੀਕ ਹੈ, ਔਰ ਸਭ ਤੋਂ ਛੋਟਾ ਜੋ ਅਲਕੋਹਲਿਕ ਹੈ ਉਹ ਮੀਥੇਨੋਲ ਹੈ। ਪਰ ਅੱਜ ਅਸੀਂ ਇਥੇਨੋਲ ਦੇ ਬਾਰੇ ਪਹਿਲੀ ਗੱਲ ਕਰਾਂਗੇ। ਸੋ ਪਹਿਲੇ ਤੁਸੀਂ ਸਟਰਕਚਰਲ ਫਾਰਮੂਲੇ ਦੇ ਵਿੱਚ ਦੇਖੋਗੇ ਕਿ ਪਹਿਲਾ ਗਰੁੱਪ ਜੋ ਹੈ ਉਹ ਮਿਥਾਈਲ ਗਰੁੱਪ ਹੈ। ਤੁਹਾਨੂੰ ਲਾਸਟ ਲੈਕਚਰਸ 'ਚ ਵੀ ਦੱਸਿਆ ਸੀ CH3 ਮਿਥਾਈਲ ਗਰੁੱਪ ਹੁੰਦਾ ਹੈ। ਹੁਣ ਵਿਚਕਾਰ C ਦੇ ਨਾਲ 2H ਲੱਗੇ ਹੁਣ ਉਹ ਮਿਥਾਈਲੀਨ ਗਰੁੱਪ ਹੋ ਗਿਆ। ਠੀਕ ਹੈ, ਸੋ 3 ਹਿੱਸਿਆਂ 'ਚ ਇਸ ਨੂੰ ਅਗਰ ਤੋੜੀਏ ਤੇ ਬਣ ਜਾਂਦਾ ਮਿਥਾਈਲ ਗਰੁੱਪ, ਮਿਥਾਈਲੀਨ ਗਰੁੱਪ ਤੇ ਲਾਸਟ ਵਿੱਚ ਹਾਈਡਰੋਕਸਲ ਗਰੁੱਪ OH ਵਾਲਾ ਅਲਕੋਹਲਿਕ ਗਰੁੱਪ ਜਿਹੜਾ ਹੁੰਦਾ। ਸੋ ਇਸ ਨੂੰ OH ਦੇ ਨਾਲ ਵੀ ਬੋਲਦੇ ਹਾਂ। ਸੋ ਫਿਰ ਅਸੀਂ ਦੇਖਦੇ ਹਾਂ ਕੀ ਅਸੀਂ ਡਿਸਕਸ ਕੀਤਾ ਹੁਣੇ ਮਿਥਾਈਲ, ਮਿਥਾਈਲੀਨ ਐਂਡ ਹਾਈਡਰੋਕਸਿਲ ਗਰੁੱਪ। ਸੋ ਇਹਦੀ ਜੋ ਪ੍ਰੈਪਰੇਸ਼ਨ ਹੁੰਦੀ ਹੈ ਬੇਟਾ ਜ਼ਿਆਦਾਤਰ ਇਥੇਨੋਲ ਦੀ ਪ੍ਰੋਡਕਸ਼ਨ ਪ੍ਰੋਸੈਸ ਹੈ ਜੋ, ਸੋ ਇਸ ਤੋਂ ਪਹਿਲੇ ਮੈਸ਼ ਪ੍ਰੈਪਰੇਸ਼ਨ ਹੁੰਦੀ ਹੈ, ਫਿਰ ਉਹਦੀ ਫਰਮੈਂਟੇਸ਼ਨ ਕੀਤੀ ਜਾਂਦੀ ਹੈ, ਖਮੀਰਨ ਵਿਧੀ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਉਹਦੀ ਡਿਸਟੀਲੇਸ਼ਨ ਉਹਦੀ ਉਸ ਨੂੰ ਸ਼ੁੱਧੀਕਰਨ ਕੀਤਾ ਜਾਂਦਾ। ਜਦੋਂ ਉਹ ਚੀਜ਼ ਸ਼ੁੱਧੀਕਰਨ ਹੋ ਜਾਂਦੀ ਹੈ ਦੈਨ ਉਹਦੀ ਡੀਹਾਈਡਰੇਸ਼ਨ ਕੀਤੀ ਜਾਂਦੀ ਹੈ ਯਾਨੀ ਉਸ ਦੇ ਵਿੱਚ ਪਾਣੀ ਕੱਢਿਆ ਜਾਂਦਾ ਹੈ। ਪਾਣੀ ਕੱਢਣ ਤੋਂ ਬਾਅਦ ਸਾਡੇ ਕੋਲ 99.5% ਅਲਕੋਹਲ ਜੋ ਹੈ ਉਹ ਤਿਆਰ ਹੋ ਜਾਂਦੀ ਹੈ। ਸੋ ਫਿਰ ਤੋਂ ਦੱਸਾਂ ਇਥੇਨੋਲ ਮੇ ਆਲਸੋ ਬੀ ਪ੍ਰੋਡਿਊਸ ਇੰਡਸਟਰੀਅਲੀ ਫਰਮ ਇਥਾਈਲੀਨ। ਜਿਹੜੀ ਇਥਾਈਲੀਨ ਹੁੰਦੀ ਹੈ ਬੇਟਾ ਉਹਦੇ ਤੋਂ ਵੀ ਇਹਦੀ ਪ੍ਰੋਡਕਸ਼ਨ ਯਾਨੀ ਇਸ ਨੂੰ ਪੈਦਾ ਕੀਤਾ ਜਾਂਦਾ ਯਾਨੀ C2H4। ਇਥਾਈਲੀਨ ਦਾ ਫਾਰਮੂਲਾ ਤੁਹਾਨੂੰ ਪਤਾ ਅਸੀਂ ਕਰ ਚੁੱਕੇ ਹਾਂ C2H4। ਉਹਨੂੰ ਅਗਰ ਹਾਈਡਰੇਸ਼ਨ ਕਰ ਦਈਏ ਅਸੀਂ H2O ਐਡ ਕਰ ਦਈਏ ਤੇ ਉਹਦੇ ਬਾਅਦ ਉਹ ਜੋ ਕਿਰਿਆ ਹੋਏਗੀ ਉਸ ਤੋਂ ਬਾਅਦ C2H5OH ਯਾਨੀ ਅਲਕੋਹਲ ਇਥਾਈਲ ਅਲਕੋਹਲ ਸਾਨੂੰ ਮਿਲ ਜਾਂਦਾ ਹੈ। ਤੁਹਾਨੂੰ ਇਹ ਪਤਾ ਹੈ ਔਰ ਅਸੀਂ ਲਾਸਟ ਜੋ ਲੈਕਚਰ ਸੀਗਾ ਕੰਬਸ਼ਨ ਉਸ 'ਚ ਪੜ੍ਹਿਆ ਸੀਗਾ ਕਿ ਜਦੋਂ ਵੀ ਅਲਕੋਹਲ ਖਾਸ ਕਰਕੇ ਇਥਾਈਲ ਅਲਕੋਹਲ ਨੂੰ ਹੀਟ ਕਰਦੇ ਹਾਂ ਆਕਸੀਜਨ ਦੀ ਮੌਜੂਦਗੀ ਦੇ ਵਿੱਚ ਤੇ ਉਹ ਕਾਰਬਨ ਡਾਈਆਕਸਾਈਡ ਵਾਟਰ ਪ੍ਰੋਡਿਊਸ ਕਰਦੇ ਨੇ, ਨਾਲ ਹੀ ਬਹੁਤ ਸਾਰੀ ਹੀਟ ਵੀ ਪ੍ਰੋਡਿਊਸ ਕਰਦੇ ਨੇ ਅਤੇ ਬਹੁਤ ਸਾਰੀ ਲਾਈਟ ਵੀ ਪ੍ਰੋਡਿਊਸ ਕਰਦੇ ਨੇ ਔਰ ਇੱਕ ਬਹੁਤ ਹੀ ज्वलनशील क्रिया है और एक ब्लू फ्लेम नाले बलदी है। नो सूट का मतलब कोई कालख नहीं पैदा करती। सो जो अल्कोहल है खास करके इथेनॉल जो है बेटा ये बहुत सारे साढ़े आम जिंदगी दे विच यूजेस ने
ਜਿਵੇਂ ਅਲਕੋਹਲ ਬੈਵਰੇजेस 'ਚ ਇਹਨੂੰ ਯੂਜ਼ ਕਰਦੇ ਹਾਂ, ਮੈਡੀਸਿਨ ਸੋਲਵੈਂਟ ਹੈ, ਠੀਕ ਹੈ, ਫਲੇਵਰਿੰਗ ਦੇ ਤੌਰ ਤੇ ਵੀ ਇਹਨੂੰ ਵਰਤਦੇ ਹਾਂ, ਐਕਸੈਂਟਸ ਜਿਹੜੇ ਪਰਫਿਊਮਸ ਵਗੈਰਾ ਹੁੰਦੇ ਨੇ, ਜਾਂ ਕੁਕਿੰਗ ਫਲੇਮ ਜਿਵੇਂ ਆਪਾਂ ਸਪਿਰਿਟ ਯੂਜ਼ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬੱਚਿਓ ਹੁਣ ਅਗਰ ਇਥੇਨੋਲ ਨੂੰ ਆਪਾਂ ਦੋ ਕੈਟਾਗਰਾਈਜ਼ ਕਰੀਏ ਤੇ ਬਾਇਓ ਇਥੇਨੋਲ ਤੇ ਸਿੰਥੈਟਿਕ ਇਥੇਨੋਲ। ਬਾਇਓ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਬਾਇਓਲੋਜੀਕਲ ਥਿੰਗਸ, ਸੋ ਜਿਵੇਂ ਸ਼ੂਗਰ, ਸਟਾਰਚ, ਸੈਲੂਲੋਜ਼, ਇਹਨਾਂ ਤੋਂ ਜੋ ਖਮੀਰਨ ਹੋ ਜਾਂਦਾ ਉਸ ਦੀ ਵਿਧੀ ਤੋਂ ਬਾਅਦ ਜਿਹੜੀ ਇਥੇਨੋਲ ਅਸੀਂ ਖਮੀਰਨ ਵਿਧੀ, ਠੀਕ ਹੈ, ਸੋ ਉਸ ਤੋਂ ਬਾਅਦ ਜਿਹੜੀ ਇਥੇਨੋਲ ਬਣਦੀ ਉਸ ਨੂੰ ਬਾਇਓ ਇਥੇਨੋਲ ਬੋਲਦੇ। ਤੇ ਸਿੰਥੈਟਿਕ ਜਿਹੜੀ ਫੈਕਟਰੀਜ਼ ਦੇ ਵਿੱਚ ਕੀਤੀ ਜਾਂਦੀ ਹੈ ਕੋਲ ਐਂਡ ਕਰੂਡ ਆਇਲ ਤੋਂ, ਯਾਨੀ ਪੈਟਰੋਲੀਅਮ ਵਗੈਰਾ ਤੋਂ, ਉਸ ਤੋਂ ਬਾਅਦ ਜਿਹੜੀ ਇਥੇਨੋਲ ਬਣਦੀ ਉਹ ਸਿੰਥੈਟਿਕ ਇਥੇਨੋਲ ਹੁੰਦੀ ਹੈ। ਇਥੇਨੋਲ ਦੀਆਂ ਬੇਟਾ ਅੱਗੇ ਬਹੁਤ ਸਾਰੀ ਪ੍ਰੋਪਰਟੀਜ਼ ਨੇ, ਇਸ ਦੇ ਬਹੁਤ ਸਾਰੇ ਗੁਣ ਨੇ ਸਾਡੇ ਕੋਲ। ਸਭ ਤੋਂ ਪਹਿਲਾਂ ਡੀਹਾਈਡਰੇਸ਼ਨ, ਫਿਰ ਸੋਡੀਅਮ ਨਾਲ ਰਿਐਕਟ ਕਰਦੀ ਹੈ, ਇੱਕ ਐਸਟਰੀਫਿਕੇਸ਼ਨ ਹੈ ਔਰ ਇੱਕ ਹੈਲੋਜਨੇਸ਼ਨ ਹੈ। ਤੁਹਾਡੇ ਸਿਲੇਬਸ ਦੇ ਅਕੋਰਡਿੰਗ ਤੁਹਾਡੀ ਬੁੱਕ ਦੇ ਵਿੱਚ 2 ਜਿਹੜੀਆਂ ਉੱਪਰਲੀਆਂ ਨੇ ਇਹਦੇ ਗੁਣ ਜੋ ਨੇ ਉਹ ਤੁਹਾਡੀ ਬੁੱਕ ਦੇ ਪੇਜ ਨੰਬਰ 80 ਯਾਨੀ 80 ਪੇਜ ਦੇ ਉੱਤੇ ਤੁਹਾਨੂੰ ਇਹਦੀਆਂ 2 ਗੁਣ ਖਾਸ ਕਰਕੇ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਨੇ। ਸੋ ਅਸੀਂ ਉਹਨਾਂ ਦੇ ਬਾਰੇ ਹੁਣ ਡਿਸਕਸ ਕਰਦੇ ਹਾਂ। ਸੋ ਪਹਿਲਾ ਇਥੇਨੋਲ ਹੈ ਜੀ ਡੀਹਾਈਡਰੇਸ਼ਨ, ਯਾਨੀ ਜੋ ਤੁਹਾਡੀ ਬੁੱਕ ਦੇ ਵਿੱਚ ਹੈ ਸੈਕਿੰਡ, ਕੁਝ ਪਾਣੀ ਕੱਢਣਾ, OH ਗਰੁੱਪ ਕੱਢ ਦੇਣਾ ਤੇ ਇੱਕ ਹੋਰ ਹਾਈਡਰੋਜਨ ਕੱਢ ਦੇਣਾ। ਸੋ ਦਿਸ ਇਜ਼ ਡੀਹਾਈਡਰੇਸ਼ਨ। ਰਿਮੂਵਲ ਆਫ ਵਾਟਰ ਮੋਲੀਕਿਊਲ ਹੁੰਦਾ ਹੈ ਡੀਹਾਈਡਰੇਸ਼ਨ ਕਰਨਾ ਕਿਸੇ ਵੀ ਕੰਪਾਊਂਡ ਦਾ। ਔਰ ਅਗਰ ਇਥੇਨੋਲ ਦਾ ਕਰਨਾ ਹੈ ਡੈਟ ਮੀਨਸ ਇਥੇਨੋਲ ਦੇ ਵਿੱਚ ਪਾਣੀ ਦਾ ਜੋ ਇੱਕ ਅਣੂ ਹੈ ਲੁਕਿਆ ਹੋਇਆ ਉਸ ਨੂੰ ਅਸੀਂ ਬਾਹਰ ਕੱਢਣਾ ਹੈ। ਸੋ ਉਸ ਨੂੰ ਬਾਹਰ ਕਿਵੇਂ ਕੱਢਾਂਗੇ? ਗਰਮ ਔਰ ਗਾੜਾ ਸਲਫਿਊਰਿਕ ਤੇਜ਼ਾਬ ਪਾ ਕੇ ਉਸ ਨੂੰ ਅਸੀਂ ਬਾਹਰ ਕੱਢਾਂਗੇ। ਜਦੋਂ ਇਥੇਨੋਲ ਦੇ ਵਿੱਚ ਸਲਫਿਊਰਿਕ ਤੇਜ਼ਾਬ ਪਾਇਆ ਜਾਂਦਾ ਹੈ ਗਾੜਾ ਔਰ 120 ਡਿਗਰੀ ਸੈਲਸੀਅਸ ਤੇ ਰੱਖਿਆ ਜਾਂਦਾ ਹੈ ਤਾਂ ਉਹ ਡਾਈ ਇਥਾਈਲ ਈਥਰ ਬਣ ਜਾਂਦਾ ਹੈ। ਕੀ ਬਣ ਜਾਂਦਾ ਹੈ? ਡਾਈ ਇਥਾਈਲ ਈਥਰ। ਕਲੀਅਰ ਬੱਚਿਓ? ਸੋ ਕੀ ਬਣਦਾ ਜਦੋਂ ਇਥੇਨੋਲ ਨੂੰ 120 ਡਿਗਰੀ ਦੇ ਉੱਤੇ H2SO4 ਗਾੜਾ ਲਈਏ, ਕੰਸਨਟ੍ਰੇਟਿਡ H2SO4 ਲਈਏ ਸਲਫਿਊਰਿਕ, ਤੇ ਉਸ ਦੇ ਨਾਲ ਗਰਮ ਕੀਤਾ ਜਾਂਦਾ ਹੈ ਤਾਂ ਡਾਈ ਇਥਾਈਲ ਈਥਰ ਬਣਦਾ ਹੈ। ਸੋ ਅਗਰ ਤੁਸੀਂ ਧਿਆਨ ਨਾਲ ਦੇਖੋ ਤੇ ਇਥੇਨੋਲ ਦਾ ਬਹੁਤ ਸਾਰਾ ਮੇਰੇ ਕੋਲ ਸੋਲਿਊਸ਼ਨ ਹੈ ਤੇ ਉਹ 'ਚ ਸਿਰਫ ਇੱਕ ਮੋਲੀਕਿਊਲ ਤੇ ਨਹੀਂ ਹੋਏਗਾ, ਬਹੁਤ ਸਾਰੇ ਹੋਣਗੇ। ਅਸੀਂ ਇੱਥੇ 2 ਇਥੇਨੋਲ ਮੋਲੀਕਿਊਲ ਦੇਖਦੇ ਹਾਂ। ਅਗਰ ਇਸੇ ਰਿਐਕਸ਼ਨ ਨੂੰ ਅਸੀਂ ਕਰ ਰਹੇ ਹਾਂ ਗਾੜੇ ਯਾਨੀ ਕੰਸਨਟ੍ਰੇਟਿਡ ਸਲਫਿਊਰਿਕ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ 120 ਡਿਗਰੀ ਤੇ ਅਸੀਂ ਉਹਨੂੰ ਹੀਟ ਕਰ ਰਹੇ ਹਾਂ ਤੇ ਡਾਈ ਇਥਾਈਲ ਈਥਰ C, ਠੀਕ ਹੈ ਨਾ, CH3CH2O, CH2 and CH3 ਬਣ ਗਿਆ ਸਾਡੇ ਕੋਲ ਡਾਈ ਇਥਾਈਲ ਈਥਰ। ਉਸ ਦਾ ਫਾਰਮੂਲਾ ਗਿਵਨ ਹੈ ਔਰ ਨਾਲ ਹੀ ਪਾਣੀ ਨਿਕਲ ਗਿਆ। ਨਿਕਲ ਦਾ ਮਤਲਬ ਪਾਣੀ ਦਾ ਡੀਹਾਈਡਰੇਸ਼ਨ ਹੁੰਦੀ ਹੈ। ਔਰ ਅਗਰ ਇਸੇ ਰਿਐਕਸ਼ਨ ਨੂੰ ਅਸੀਂ 160 ਡਿਗਰੀ ਤੇ ਕਰਦੇ ਹਾਂ, ਠੀਕ ਹੈ, ਡਿਗਰੀ ਹੋਰ ਵਧਾਤੀ, ਟੈਂਪਰੇਚਰ ਜ਼ਿਆਦਾ ਕਰ ਦਿੱਤਾ, ਹੀਟ ਜ਼ਿਆਦਾ ਕਰ ਦਿੱਤਾ, ਤਾਂ ਸਾਡੇ ਕੋਲ ਡਾਈ ਇਥਾਈਲ ਈਥਰ ਨਹੀਂ ਬਣੇਗਾ, ਉਹ ਸਿੱਧਾ ਹੀ ਪਾਣੀ ਨਿਕਲ ਜਾਏਗਾ, ਠੀਕ ਹੈ। ਉਹ ਸਾਡੇ ਕੋਲ ਕੀ ਬਣੇਗਾ? ਇਥੀਨ ਬਣ ਜਾਏਗਾ। तो CH2 डबल बॉन्ड CH2 इथीन ਦਾ ਫਾਰਮੂਲਾ ਹੈ। ਸੋ ਸਾਡੇ ਕੋਲ ਇਹ ਬਣ ਜਾਏਗਾ, ਠੀਕ ਹੈ, ਨਾਲ ਪਾਣੀ ਨਿਕਲ ਆਏਗਾ। ਸੋ ਦਿਸ ਇਜ਼ ਡੀਹਾਈਡਰੇਸ਼ਨ ਪ੍ਰੋਸੈਸ। ਇਥੇਨੋਲ ਤੋਂ असंतृप्त हाइड्रोकार्बन बन जाता है। नैक्सट रिएक्शन आती है इथेनोल की बेटा सोडियम ने नाल। सोडियम नाल किवें प्रतिक्रिया है आओ हुण असीं इस दे बारे देखते हैं। जदों भी इथेनोल नूं सोडियम नाल प्रतिक्रिया कराई जाती है तां बच्चिओ की बनता है? हाइड्रोजन गैस बाहर निकलती है और सोडियम इथॉक्साइड, की नाम है? सोडियम इथॉक्साइड नाल उत्पाद वजों बन जाता है। ਤੁਹਾਨੂੰ ਪਤਾ ਹੈ ਨਾ ਕਿ ਕਦੋਂ ਕਦੋਂ ਹਾਈਡਰੋਜਨ ਗੈਸ ਨਿਕਲਦੀ ਹੈ? ਜਦੋਂ ਆਪਾਂ ਕਿਰਿਆਵਾਂ ਕਰਵਾਉਂਦੇ ਹਾਂ ਤਾਂਤਾਂ ਦੇ ਨਾਲ, ਰਾਈਟ, ਜਦੋਂ ਐਸਿਡਸ ਦੀ ਕਿਰਿਆ ਹੁੰਦੀ ਹੈ ਤਾਂਤਾਂ ਦੇ ਨਾਲ ਤੇ ਉਹ ਹਾਈਡਰੋਜਨ ਗੈਸ ਪੈਦਾ ਕਰਦੇ ਹਨ। ਸੋ ਇਹ ਕੁਝ ਪ੍ਰੋਪਰਟੀਜ਼ ਨੇ ਇਥੇਨੋਲ ਦੀਆਂ, ਗੁਣ ਨੇ ਜੋ ਤੁਹਾਡੇ 80 ਪੇਜ ਉੱਤੇ ਦਿੱਤੇ ਹੋਏ ਨੇ। ਅਗਰ ਅਸੀਂ ਗੱਲ ਕਰੀਏ ਇਥੇਨੋਲ ਦੇ ਕੁਝ ਖਾਸ ਐਡਵਾਂਟੇजेस ਦੇ ਬਾਰੇ, ਠੀਕ ਹੈ। ਸੋ ਅਗਰ ਪੈਟਰੋਲੀਅਮ ਦੇ ਵਿੱਚ ਅਗਰ ਮਿਕਸ ਕੀਤਾ ਜਾਏ, ਠੀਕ ਹੈ, ਇਹਨੂੰ ਇਥੇਨੋਲ ਮਿਕਸ ਵੀ ਕੀਤਾ ਜਾਂਦਾ ਜਿਸ ਦੇ ਕਾਰਨ ਇਹ ਇੱਕ ਕਲੀਨ ਫਿਊਲ ਦੇ ਵਜੋਂ ਕੰਮ ਕਰਦਾ ਹੈ। ਔਰ ਨਾਲ ਦੇ ਨਾਲ ਕਿਉਂ ਹੁੰਦਾ ਹੈ ਇੱਦਾਂ? ਇਸ ਦੀ ਕੰਪਲੀਟ ਕੰਬਸਸ਼ਨ ਹੁੰਦੀ ਹੈ, ਪੂਰਨ ਜਲਨ ਹੁੰਦਾ ਹੈ, ਇਸ ਦਾ ਪੂਰਨ ਬਲਨ ਹੁੰਦਾ ਹੈ। ਔਰ ਇਥੇਨੋਲ ਦਾ ਲੋਅਰ ਇਗਨੀਸ਼ਨ ਟੈਂਪਰੇਚਰ ਹੁੰਦਾ ਪੈਟਰੋਲ ਨਾਲੋਂ। ਬੱਚਿਓ ਇਹਦਾ ਮਤਲਬ ਕਿ ਜਿਹੜਾ ਇਹਦਾ ਪ੍ਰਜਲਨ ਤਾਪਮਾਨ ਹੈ ਜਿਸ ਦੇ ਉੱਤੇ ਕੋਈ ਚੀਜ਼ ਬਲਦੀ ਹੈ ਉਸ ਨੂੰ ਅਸੀਂ ਇਗਨੀਸ਼ਨ ਟੈਂਪਰੇਚਰ ਬੋਲਦੇ ਹਾਂ, ਤਾਂ ਇਹ ਬਹੁਤ ਜਲਦੀ ਬਲ ਜਾਂਦਾ ਹੈ। ਸੋ ਇਸ ਕਰਕੇ ਬੈਟਰ ਹੈ ਪੈਟਰੋਲ ਤੋਂ। इथेनॉल अगर बायो इथेनॉल है मेरे को रीन्यूएबल रिसोर्सिस के तौर पर यूज़ करते हाँ। इथेनॉल ड्राइव फ्रॉम प्लांट्स मटीरियल
ਉਹਨੂੰ ਅਸੀਂ ਰੀਨੇਬਲ ਰਿਸੋਰਸ ਬੋਲ ਦਿੰਦੇ ਹਾਂ। ਠੀਕ ਹੈ, ਰॉ ਮਟੀਰੀਅਲ ਜਿਹੜੇ ਕੱਚੇ ਮਟੀਰੀਅਲਸ ਹੁੰਦੇ ਨੇ, ਜਿਵੇਂ ਛੱਲੀ ਹੋ ਗਿਆ ਜਾਂ ਕੁਝ ਇੱਦਾਂ ਦੇ ਮਟੀਰੀਅਲ ਜਿੱਦਾਂ ਖਮੀਰਨ ਕਰਨ ਤੋਂ ਬਾਅਦ ਅਸੀਂ ਬਾਇਓ ਇਥੇਨੋਲ ਪ੍ਰੋਡਿਊਸ ਕਰਦੇ ਹਾਂ। ਤੇ ਬੱਚੇ ਅੱਜ ਕੱਲ੍ਹ ਬਹੁਤ ਸਾਰੀ ਜਗ੍ਹਾ 'ਤੇ ਬਾਇਓ ਇਥੇਨੋਲ ਦਾ ਜਿਹੜਾ ਪੈਟਰੋਲ ਵਾਂਗ ਯੂਜ਼ ਕੀਤਾ ਜਾਂਦਾ ਐਜ਼ ਫਿਊਲ, ਔਰ ਇਹਨੂੰ ਐਜ਼ ਬੀਵਰੇਜ ਵੀ ਯੂਜ਼ ਕੀਤਾ ਜਾਂਦਾ। ਤੁਹਾਨੂੰ ਪਤਾ ਨਾ ਅਲਕੋਹਲ ਜਿਸ ਨੂੰ ਅਸੀਂ ਸ਼ਰਾਬ ਬੋਲਦੇ ਹਾਂ, ਸੋ ਉਹ ਵੀ ਜਿਹੜੀ ਆ ਉੱਥੇ ਵੀ ਇਥੇਨੋਲ ਦਾ ਬਹੁਤ ਜ਼ਿਆਦਾ ਉਸ ਦੇ ਵਿੱਚ ਯੂਜ਼ ਹੁੰਦਾ ਹੈ। ਯਾਨੀ ਇਥੇਨੋਲ ਜਿਹੜੀ ਹੈ ਸ਼ਰਾਬ ਦੇ ਵਿੱਚ ਮੌਜੂਦ ਹੁੰਦੀ ਹੈ। ਇਥੇਨੋਲ ਯਾਨੀ ਅਲਕੋਹਲ। ਸੋ ਵਟ ਇਜ਼ ਅਲਕੋਹਲ? ਸ਼ਰਾਬ। ਸੋ ਅਲਕੋਹਲਸ ਕੈਨ ਬੀ ਯੂਜ਼ਡ ਐਜ਼ ਬੀਵਰੇਜ, ਸਪੈਸ਼ਲੀ ਇਥੇਨੋਲ ਓਨਲੀ, ਮਤਲਬ ਇਥੇਨੋਲ ਜਿਹੜੀ ਸਾਡੇ ਪੀਣ ਲਾਇਕ ਹੈ। ਕਲੀਅਰ? ਪੀਣ ਲਾਇਕ ਇੱਥੇ ਵਰਡ ਯੂਜ਼ ਕਰ ਲਿਆ, ਬਟ ਸਾਨੂੰ ਕੀ ਹੈ, ਇਥੇਨੋਲ ਪੀਣੀ ਨਹੀਂ ਚਾਹੀਦੀ। ਸਾਨੂੰ ਕੋਈ ਵੀ ਇੱਦਾਂ ਦੇ ਜਿਹੜੇ ਡਰਿੰਕਸ ਨੇ, ਸ਼ਰਾਬ ਨੇ, ਉਹ ਪੀਣੀਆਂ ਨਹੀਂ ਚਾਹੀਦੇ, ਬਿਕੋਜ਼ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਨੇ। ਨੈਕਸਟ ਆਉਂਦਾ ਹੈ ਕਿ ਐਜ਼ ਫਿਊਲ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਸਮ ਐਲਕੋਹਲਸ ਮੇਨਲੀ ਇਥੇਨੋਲ ਐਂਡ ਮੈਥਨੋਲ ਕੈਨ ਬੀ ਯੂਜ਼ਡ ਐਜ਼ ਐਲਕੋਹਲ ਫਿਊਲ। ਕਲੀਅਰ ਹੋਇਆ ਤੁਹਾਨੂੰ ਕਿਉਂ ਇਹਨਾਂ ਨੂੰ ਐਲਕੋਹਲ ਫਿਊਲ ਦੀ ਤਰ੍ਹਾਂ ਯੂਜ਼ ਕਰਦੇ ਹਾਂ? ਔਰ ਇੱਕ ਬਿਲਕੁਲ ਹੀ ਬਲੂਇਸ਼ ਲਾਈਟ ਦਿੰਦੇ ਨੇ। ਵਾਈ ਬੇਟਾ? ਕਿਉਂਕਿ ਇੱਕ ਕਲੀਨ ਫਿਊਲ ਹੁੰਦੇ ਨੇ, ਇਸ ਕਰਕੇ ਬਿਲਕੁਲ ਬਲੂ ਕਲਰ ਦੀ ਲਾਈਟ ਸਾਨੂੰ ਦਿੰਦੇ ਨੇ। ਇਹਨਾਂ ਦਾ ਕੰਪਲੀਟ ਕੰਬਸਸ਼ਨ ਹੋ ਜਾਂਦਾ ਹੈ। ਸੋ ਨੈਕਸਟ ਆਉਂਦਾ ਸਾਡੇ ਕੋਲ ਐਜ਼ ਅ ਸੋਲਵੈਂਟ। ਇਥੇਨੋਲ ਕੈਨ ਬੀ ਯੂਜ਼ਡ ਐਜ਼ ਸੋਲਵੈਂਟ ਇਨ ਮੈਡੀਕਲ ਡਰੱਗਸ, ਪਰਫਿਊਮਸ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਵੈਜੀਟੇਬਲ ਐਸੈਂਸ ਜਿਵੇਂ ਆਪਾਂ ਵਨੀਲਾ ਫਲੇਵਰਸ ਲਿਆਉਂਦੇ ਹਾਂ, ਜਿਵੇਂ ਬੱਚਿਓ ਅਸੀਂ ਚਾਕਲੇਟ ਦੇ ਵਿੱਚ ਪਾਉਂਦੇ ਹਾਂ ਜਾਂ ਕੇਕਸ ਦੇ ਵਿੱਚ ਉਹਦਾ ਫਲੇਵਰ ਪਾਉਂਦੇ ਹਾਂ, ਉਹਦੇ ਵਿੱਚ ਵੀ ਐਜ਼ ਅ ਕੋਲਕ, ਸੋਲਵੈਂਟ ਮਤਲਬ ਕੋਲਕ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਠੀਕ ਹੈ, ਹੁਣ ਇੱਥੇ ਮੈਡੀਸਿਨਸ ਦਾ ਉਹਨੇ ਗੱਲ ਕੀਤੀ ਹੈ। ਹੁਣ ਮੈਡੀਸਿਨਸ ਦੀ ਕੀ ਮਤਲਬ ਕੀ ਹੈ? ਮੈਡੀਸਿਨਸ ਦਾ ਮਤਲਬ ਹੈ ਜਿਵੇਂ ਕਿ ਅਸੀਂ ਐਂਟੀਸੈਪਟਿਕਸ ਹੁੰਦੀਆਂ ਨੇ। ਐਂਟੀਸੈਪਟਿਕਸ ਯਾਨੀ ਇਥੇਨੋਲ ਕੈਨ ਬੀ ਯੂਜ਼ਡ ਐਜ਼ ਐਨ ਐਂਟੀਸੈਪਟਿਕ ਟੂ ਡਿਸਇਨਫੈਕਟ ਦ ਸਕਿਨ ਬਿਫੋਰ ਇੰਜੈਕਸ਼ਨਸ ਆਰ ਗਿਵਨ, ਆਫਨ ਅਲੋਂਗ ਵਿਦ ਆਇਓਡੀਨ। ਕਈ ਵਾਰੀ ਡਾਕਟਰਸ ਇੰਜੈਕਸ਼ਨ ਲਾਉਣ ਤੋਂ ਪਹਿਲਾਂ ਉਸੇ ਸਾਫ਼ ਕਰਦੇ ਆ ਨਾ, ਉਹ ਕੀ ਲਾਉਂਦੇ ਆ? ਰਾਈਟ, ਇਥੇਨੋਲ ਦਾ ਉੱਥੇ ਉਹ ਜੋ ਹੈ ਕਾਟਨ ਦੇ ਵਿੱਚ ਡਿਪ ਕਰਕੇ ਉਹ ਲਗਾਉਂਦੇ ਨੇ, ਤਾਂ ਕਿ ਉੱਥੋਂ ਜੋ ਅਗਰ ਬੈਕਟੀਰੀਅਲਸ ਨੇ ਕੋਈ ਵੀ ਆ ਉਸ ਇੱਕ ਤਰ੍ਹਾਂ ਸਾਫ਼ ਹੋ ਜਾਣ, ਸੈਨੀਟਾਈਜ਼ ਹੋ ਜਾਏ ਉਹ ਤੋਂ। ਔਰ ਆਇਓਡੀਨ ਦੇ ਵਿੱਚ ਵੀ ਇਹਦਾ ਇਸਤੇਮਾਲ ਕੀਤਾ ਜਾਂਦਾ, ਟਿੰਕਚਰ ਆਇਓਡੀਨ ਬਣਾਈ ਜਾਂਦੀ ਹੈ ਜੋ ਜ਼ਖਮਾਂ ਤੇ ਲਗਾਈ ਜਾਂਦੀ ਹੈ। ਸੋ ਕਫ ਸਿਰਪ ਆਪਾਂ ਜਿਹੜੇ ਪੀਂਦੇ ਹਾਂ ਬੇਟਾ, ਬਹੁਤ ਸਾਰੀਆਂ ਐਸੀਆਂ ਦਵਾਈਆਂ ਨੇ ਜਿਹੜੀ ਅਸੀਂ ਜਿਵੇਂ ਅਸੀਂ ਗੱਲ ਕਰੀਏ ਕਫ ਸਿਰਪਸ ਅਸੀਂ ਪੀਂਦੇ ਹਾਂ, ਹੁਣ ਉਹ ਇੰਨੇ ਗਾੜੇ ਮਟੀਰੀਅਲਸ ਹੁੰਦੇ ਨੇ ਕਿ ਇੱਕਦਮ ਅਸੀਂ ਪੀ ਨਹੀਂ ਸਕਦੇ। ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕਫ ਸਿਰਪਸ ਨੇ ਸਾਨੂੰ ਥੋੜੀ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ ਨਾ, ਡਿਜ਼ੀਨੈਸ ਚ ਹੋ ਜਾਂਦਾ ਆਫਟਰ ਉਹਨੂੰ ਲੈਣ ਤੋਂ। ਸੋ ਇਹਨਾਂ ਦੇ ਵਿੱਚ ਵੀ ਐਜ਼ ਅ ਸੋਲਵੈਂਟ ਇੱਕ ਘੋਲਕ ਦੇ ਤੌਰ ਤੇ ਮੈਡੀਸਿਨਸ ਦੇ ਵਜੋਂ ਇਥੇਨੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਕਿ ਇੱਕ ਪ੍ਰੋਪਰ ਵੇ ਦੇ ਨਾਲ ਜੋ ਦਵਾਈ ਹੈ ਘੁਲੀ ਰਹੇ ਅਤੇ ਸਾਨੂੰ ਉਸਦੇ ਵਧੀਆ ਯੂਜ਼ ਮਿਲ ਸਕੇ। ਇਹ ਸੀਗੀਆਂ ਕੁਝ ਕੈਮੀਕਲ ਜੋ ਪ੍ਰੋਪਰਟੀਜ਼ ਨੇ। ਇਹਦੀਆਂ ਇੱਕ ਫਿਜ਼ੀਕਲ ਭੌਤਿਕ ਪ੍ਰੋਪਰਟੀਜ਼ ਵੀ ਹੁੰਦੀਆਂ ਨੇ, ਯਾਨੀ ਭੌਤਿਕ ਗੁਣ ਵੀ ਹੁੰਦੇ ਨੇ। ਅਗਰ ਮੈਂ ਬੋਇਲਿੰਗ ਪੁਆਇੰਟ ਦੀ ਗੱਲ ਕਰਾਂ ਤੇ ਉਹ ਇਹਦਾ ਹੁੰਦਾ ਜੀ 78.24 ਡਿਗਰੀ ਸੈਲਸੀਅਸ, 78.24 ਡਿਗਰੀ ਸੈਲਸੀਅਸ, ਐਂਡ ਮੈਲਟਿੰਗ ਪੁਆਇੰਟ ਬੇਟਾ -114 ਡਿਗਰੀ ਸੈਲਸੀਅਸ, -114। ਮੋਲੀਕੂਲਰ weight ਬੱਚੇ ਇਹਦਾ ਆ ਜੀ ਇੱਕ ਮੋਲੀਕਿਊਲ ਦਾ, ਅਗਰ ਮੈਂ ਗੱਲ ਕਰਾਂ 46 ਗ੍ਰਾਮਸ ਆ ਪਰ ਮੋਲ। ਸੋ ਇਹ ਕੁਝ ਇਹਦੇ ਭੌਤਿਕ ਗੁਣ ਨੇ ਕਿਸਦੇ, ਰਾਈਟ। ਸੋ ਨੈਕਸਟ ਇੱਕ ਹੋਰ ਆਉਂਦਾ ਟਿੰਕਚਰ ਆਇਓਡੀਨ। ਹੁਣੇ ਮੈਂ ਤੁਹਾਨੂੰ ਸਮਝਾ ਕੇ ਹਟੀ ਆ ਟਿੰਕਚਰ ਆਇਓਡੀਨ ਕੌਣ ਆ? ਰਾਈਟ, ਇਹ ਉਹ ਦਵਾਈ ਆ ਜਿਹੜੀ ਅਸੀਂ ਕਿੱਥੇ ਲਗਾਉਂਦੇ ਆ? ਜ਼ਖਮਾਂ ਤੇ, ਜਾਂ ਜਿੱਥੇ ਸਾਨੂੰ ਕੋਈ ਐਜ਼ ਐਂਟੀਸੈਪਟਿਕ ਇਹ ਵੀ ਕੰਮ ਕਰਦਾ ਹੈ, ਡਿਸਇਨਫੈਕਟੈਂਟ ਦੇ ਤੌਰ ਤੇ ਕੰਮ ਕਰਦਾ ਹੈ ਸਾਡੀ ਸਕਿਨ ਦੇ ਲਈ। ਠੀਕ ਹੈ, ਕੁਝ ਹੋਰ ਯੂਜ਼ ਜਿਹੜੀ ਅੱਜ ਕੱਲ੍ਹ ਆਪਾਂ ਬਹੁਤ ਜ਼ਿਆਦਾ ਕਰ ਰਹੇ ਹਾਂ, ਸੋਚੋ। ਰਾਈਟ, ਹੈਂਡ ਸੈਨੀਟਾਈਜ਼ਰ ਅਸੀਂ ਯੂਜ਼ ਕਰ ਰਹੇ ਹਾਂ ਨਾ। ਹੈਂਡ ਸੈਨੀਟਾਈਜ਼ਰ ਕੀ ਨੇ? ਉਹ ਵੀ ਤਾਂ ਇਥੇਨੋਲ ਨੇ। ਸਮੈਲ ਆਉਂਦੀ ਹੈ ਨਾ, ਕਦੇ ਸਮੈਲ ਲੈ ਕੇ ਦੇਖੋ ਤੁਸੀਂ, ਉਹਦੇ ਤੇ ਲਿਖਿਆ ਹੁੰਦਾ ਕਿ 60% ਤੋਂ ਉੱਪਰ ਵਾਲੇ ਜਾਂ 70% ਤੋਂ ਉੱਪਰ ਵਾਲੇ ਜਿਹੜੇ ਆ ਜਿਨ੍ਹਾਂ 'ਚ ਅਲਕੋਹਲ ਆ, ਉਹ ਵਾਲੇ ਸੈਨੀਟਾਈਜ਼ਰ ਜ਼ਿਆਦਾ ਬੈਸਟ ਨੇ। ਸੋ ਸਾਨੂੰ ਜਦੋਂ ਵੀ ਸੈਨੀਟਾਈਜ਼ਰ ਲੈਣੇ ਆ ਅਸੀਂ ਦੇਖਾਂਗੇ ਕਿ ਉਹ ਬਿਲਕੁਲ ਸਹੀ ਨੇ, ਕੀ ਲਿਖਿਆ, ਇੰਗਰੀਡੀਐਂਟਸ ਕਿਵੇਂ ਦੇ ਨੇ। ਸੋ ਨੈਕਸਟ ਬੱਚਿਓ ਅਸੀਂ ਦੇਖਦੇ ਹਾਂ ਕਿ ਜਿਹੜੀ ਇਥਲ ਟਰਮ ਆ ਉਹ ਕੋਇਨ ਸਭ ਤੋਂ ਪਹਿਲਾਂ ਕਿੰਨੇ ਦੱਸੀ? 1834 ਦੇ ਵਿੱਚ ਜਸਟਸ ਲਿਬਿਕ ਨੇ ਸਾਨੂੰ ਇਥਲ ਨਾਮ ਇੱਕ ਦਿੱਤਾ, ਜੋ ਇੱਕ ਜਰਮਨ ਕੈਮਿਸਟ ਸੀਗੇ। ਠੀਕ ਹੈ, ਇੱਕ ਰਸਾਇਣ ਦੇ ਇੱਕ ਉਹ ਰਿਸਰਚਰ ਸੀਗੇ। ਠੀਕ ਹੈ, ਉਹਨਾਂ ਨੇ ਇਸ ਟਰਮ ਨੂੰ ਦੱਸਿਆ 1834 ਸਾਲ ਦੇ ਵਿੱਚ। ਕਿਹੜੀ ਟਰਮ? ਇਥਲ ਟਰਮ ਦੇ ਬਾਰੇ। ਕਿੱਥੋਂ ਦੇ ਸੀ? ਜਰਮਨੀ ਦੇ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵਰਡ ਆ ਪੂਰਾ ਇਥਾਈਲ, ਇਥਾਈਲ ਇਜ਼ ਅ ਕੰਬੀਨੇਸ਼ਨ ਆਫ ਐਨ ਐਂਸ਼ੀਐਂਟ ਗ੍ਰੀਕ ਭਾਸ਼ਾ ਦਾ ਇੱਕ ਵਰਡ ਹੈ ਈਦਰ ਐਂਡ ਹਾਈਲ,
ਦੋਵਾਂ ਨੂੰ ਜੋੜ ਕੇ ਉਹਨਾਂ ਨੇ ਦੇਖਿਆ ਕਿ ਉਹਦਾ ਪਹਿਲੇ ਦਾ ਮਤਲਬ ਹੈ ਕਿ ਅਪਰ ਲੇਅਰ, ਉੱਪਰ ਵਾਲੀ ਹਵਾ, ਅਤੇ ਨਾਲ ਕੀ ਹੈ ਸੈਕਿੰਡ ਦਾ ਅਤੇ ਸਬਸਟੈਂਸ। ਦੋਨਾਂ ਨੂੰ ਜੋੜਨ ਤੋਂ ਬਾਅਦ ਇੱਕ ਉਹਨਾਂ ਕੋਲ ਵਰਡ ਆਇਆ ਕਿ ਉੱਪਰ ਵਾਲੀ ਹਵਾ ਦਾ ਲੇਅਰ, ਕਿਉਂਕਿ ਸਾਨੂੰ ਪਤਾ ਹੈ ਕਿ ਇੱਕ ਸ਼ੁੱਧ ਹਵਾ ਹੁੰਦੀ ਹੈ, ਸੋ ਇਸੇ ਤਰ੍ਹਾਂ ਉਹਨਾਂ ਨੇ ਇਸ ਦਾ ਨਾਮ ਰੱਖਿਆ ਇਥਾਈਲ। ਠੀਕ ਹੈ, ਸੋ ਇੱਥੋਂ ਸਾਡੇ ਕੋਲ ਵਰਡ ਆਇਆ। ਨਾਓ ਵਾਟ ਇਜ਼ ਆਈਸੋਪ੍ਰੋਪਾਈਲ ਅਲਕੋਹਲ? ਕਹਿੰਦਾ ਆਈਸੋਪ੍ਰੋਪਾਈਲ ਅਲਕੋਹਲ ਇਥਾਈਲ ਅਲਕੋਹਲ ਦੇ ਵਾਂਗ ਹੀ ਹੁੰਦੀ ਹੈ, ਇੱਕ ਕਲੀਅਰ ਫਲੇਮੇਬਲ ਲਿਕੁਇਡ ਹੁੰਦਾ, ਬਹੁਤ ਜਲਦੀ ਬਲਦੀ ਹੈ, ਬਟ ਹੈਜ਼ ਅ ਸਟਰੋਂਗ ਕੈਮੀਕਲ ਸੈਂਟ। ਇਹਦੀ ਸਮੈਲ ਉਸ ਤੋਂ ਵੀ ਜ਼ਿਆਦਾ ਤੇਜ਼ ਹੁੰਦੀ ਹੈ। ਹੁਣ ਆਈਸੋਪ੍ਰੋਪਾਈਲ ਅਲਕੋਹਲ ਤੇ ਇਥਾਈਲ ਅਲਕੋਹਲ ਦੋ ਅਲੱਗ-ਅਲੱਗ ਨਾਮ ਨੇ ਲਗਭਗ, ਬਟ ਸੁਣਨ 'ਚ ਇੱਕੋ ਜਿਹੇ ਹੀ ਲੱਗ ਰਹੇ ਨੇ। ਕਲੀਅਰ? ਹੁਣ ਆਈਸੋਪ੍ਰੋਪਾਈਲ ਅਲਕੋਹਲ ਦਾ ਜੋ ਬਣਤਰ ਹੈ, ਸੂਤਰ ਹੈ, ਉਸਦਾ ਕੀ ਹੈ? ਕਹਿੰਦਾ ਇਸ ਦਾ ਫਾਰਮੂਲਾ ਹੈ C3H7OH। ਜਦ ਕਿ ਅਸੀਂ ਇਥਾਈਲ ਅਲਕੋਹਲ ਦਾ ਕਰਕੇ ਆਏ ਆ C2H5OH ਆ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਇੱਕ ਹੋਰ CH3 ਗਰੁੱਪ ਲੱਗ ਗਿਆ ਔਰ ਕਲੀਅਰ ਆਈਸੋ ਬਣ ਗਿਆ। ਓਕੇ ਬੱਚਿਓ, ਸੋ ਇਹ ਤੁਹਾਡਾ ਆ ਜਾਏਗਾ ਆਈਸੋਪ੍ਰੋਪਾਈਲ ਅਲਕੋਹਲ। ਸੋ ਕੀ ਸੀ? C3H7OH। ਆਈਸੋਪ੍ਰੋਪਾਈਲ ਅਲਕੋਹਲ ਜਿਹੜੀ ਹੈ ਕਲੀਨਿੰਗ ਏਜੰਟ ਦੇ ਤਰ੍ਹਾਂ ਅਸੀਂ ਘਰਾਂ ਦੇ ਵਿੱਚ ਵੀ ਡਿਸਇਨਫੈਕਟਿੰਗ ਫਰਨੀਚਰ ਦੇ ਤੌਰ ਤੇ ਵੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਆਈਸੋਪ੍ਰੋਪਾਈਲ ਅਲਕੋਹਲ, ਆਈਸੋਪ੍ਰੋਪਾਈਲ ਅਲਕੋਹਲ ਜ਼ਿਆਦਾ ਵਧੀਆ ਡਿਸਇਨਫੈਕਟੈਂਟ ਐਜ਼ ਕੰਪੈਰੀਜ਼ਨ ਟੂ ਇਥਾਈਲ ਅਲਕੋਹਲ। ਠੀਕ ਹੈ, ਔਰ ਇਹਨੂੰ ਜਿਵੇਂ ਹੇਅਰ ਦੇ ਪ੍ਰੋਡਕਟਸ ਨੇ, ਸਕਿਨ ਦੇ ਪ੍ਰੋਡਕਟਸ ਨੇ, ਫੇਸ ਤੇ ਕੁਝ ਕਾਸਮੈਟਿਕ ਪ੍ਰੋਡਕਟਸ ਨੇ, ਤੁਸੀਂ ਦੇਖਿਓ ਕਿ ਉਹਨਾਂ ਦੇ ਵਿੱਚ ਵੀ ਕੁਝ ਐਸੇ ਪ੍ਰੋਡਕਟਸ ਹੁੰਦੇ ਨੇ ਜਿਹੜੇ ਲਿਕੁਇਡਸ ਹੁੰਦੇ ਨੇ, ਉਹਨਾਂ 'ਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਆਈਸੋਪ੍ਰੋਪਾਈਲ ਅਲਕੋਹਲ ਦਾ। ਆਈਸੋਪ੍ਰੋਪਾਈਲ ਜਿਹੜਾ ਹੈ ਬੱਚੇ ਇਜ਼ ਕ੍ਰੀਏਟਡ ਫਰਮ ਡੀਹਾਈਡ੍ਰੇਸ਼ਨ ਆਫ ਪ੍ਰੋਪੀਨ ਗੈਸ। ਇਹ ਪ੍ਰੋਪੀਨ ਗੈਸ ਤੋਂ ਜਦੋਂ ਪਾਣੀ ਦਾ ਮੋਲੀਕਿਊਲ ਕੱਢਿਆ ਜਾਂਦਾ ਹੈ, ਡੀਹਾਈਡ੍ਰੇਸ਼ਨ ਉਸਦੀ ਹੋ ਜਾਂਦੀ ਹੈ, ਤਾਂ ਆਈਸੋਪ੍ਰੋਪਾਈਲ ਅਲਕੋਹਲ ਬਣ ਜਾਂਦਾ ਹੈ। ਕਲੀਅਰ? ਸੋ ਡੀਹਾਈਡ੍ਰੇਸ਼ਨ ਆਫ ਪ੍ਰੋਪੀਨ ਗੈਸ। ਨਾਓ ਇਹ ਪ੍ਰੋਪੀਨ ਗੈਸ ਕਿੱਥੋਂ ਨਿਕਲਦੀ ਹੈ, ਕਿਦੋਂ ਨਿਕਲਦੀ ਹੈ? ਐਕਸਟ੍ਰੈਕਟ ਜਦੋਂ ਕੀਤੀ ਜਾਂਦੀ ਹੈ, ਕਿੱਥੋਂ ਬੱਚਿਓ? ਜਦੋਂ ਵੀ ਅਸੀਂ ਪੈਟਰੋਲੀਅਮ ਦੀ ਰਿਫਾਈਨਿੰਗ ਕਰਦੇ ਹਾਂ ਤਾਂ ਜ਼ਮੀਨ ਤੋਂ ਪੈਟਰੋਲੀਅਮ ਕੱਢਣ ਦੇ ਦੌਰਾਨ ਇੱਕ ਪ੍ਰੋਪੀਨ ਗੈਸ ਨਿਕਲਦੀ ਹੈ। ਉਸ ਪ੍ਰੋਪੀਨ ਗੈਸ ਨੂੰ ਡੀਹਾਈਡ੍ਰੇਸ਼ਨ ਕਰਕੇ ਕੈਮੀਕਲੀ ਆਈਸੋਪ੍ਰੋਪਾਈਲ ਅਲਕੋਹਲ ਬਣਾਇਆ ਜਾਂਦਾ ਹੈ। ਸੋ ਕਲੀਅਰ ਹੋਇਆ ਸਾਰਿਆਂ ਨੂੰ ਇਹ ਪੁਆਇੰਟ? ਸੋ ਨੈਕਸਟ ਚੱਲਦੇ ਹਾਂ ਕਿ ਆਈਸੋਪ੍ਰੋਪਾਈਲ ਅਲਕੋਹਲ ਵਧੀਆ ਹੈ ਜਾਂ ਇਥਾਈਲ ਅਲਕੋਹਲ ਵਧੀਆ ਹੈ। ਇਥਾਈਲ ਅਲਕੋਹਲ ਦੇ ਬੱਚਿਓ ਆਪਣੇ ਗੁਣ ਨੇ ਔਰ ਆਈਸੋਪ੍ਰੋਪਾਈਲ ਅਲਕੋਹਲ ਦੇ ਆਪਣੇ ਗੁਣ ਨੇ। ਸੋ ਇਹਨਾਂ ਦੋਹਾਂ ਦਾ ਅਲੱਗ-ਅਲੱਗ ਆਪਣਾ ਇੱਕ ਨੇਚਰ ਹੈ, ਆਪਣਾ ਇੱਕ ਗੁਣ ਹੈ। ਨਾਓ ਵਾਟ ਇਜ਼ ਆਈਸੋਪ੍ਰੋਪਾਈਲ ਅਲਕੋਹਲ? ਹੁਣੇ ਮੈਂ ਤੁਹਾਨੂੰ ਸਮਝਾ ਕੇ ਹਟੀ ਕਿ ਜਦੋਂ ਵੀ ਪੈਟਰੋਲੀਅਮ ਦੀ ਰਿਫਾਈਨਿੰਗ ਕੀਤੀ ਜਾਂਦੀ ਹੈ, ਪੈਟਰੋਲੀਅਮ ਜਦੋਂ ਸ਼ੁੱਧ ਕੀਤਾ ਜਾਂਦਾ ਹੈ, ਠੀਕ ਹੈ, ਉਹਦੇ ਨਾਲ ਪ੍ਰੋਪੀਨ ਗੈਸ ਨਿਕਲਦੀ ਹੈ, ਜਿਸ ਤੋਂ ਡੀਹਾਈਡ੍ਰੇਸ਼ਨ ਤੋਂ ਬਾਅਦ ਆਈਸੋਪ੍ਰੋਪਾਈਲ ਅਲਕੋਹਲ ਬਣਦੀ ਹੈ। ਨਾਓ ਆਈਸੋਪ੍ਰੋਪਾਈਲ ਅਲਕੋਹਲ ਔਰ ਆਈਸੋਪ੍ਰੋਪੇਨੋਲ ਇਜ਼ ਅ ਕਲਰਲੈਸ ਲਿਕੁਇਡ ਹੁੰਦਾ ਹੈ। ਇਹਦਾ ਇੱਕ ਕੜਵਾ ਜਿਹਾ ਟੇਸਟ ਹੁੰਦਾ ਹੈ ਔਰ ਇਹ ਜ਼ਿਆਦਾਤਰ ਜਿਹੜੇ ਹੈ ਐਸੀਟੋਨ ਜਾਂ ਗਲਿਸਰੀਨ ਬਣਾਉਣ 'ਚ ਵੀ ਇਹਨਾਂ ਦਾ ਯੂਜ਼ ਕੀਤਾ ਜਾਂਦਾ ਹੈ ਔਰ ਇਹਨੂੰ ਐਜ਼ ਅ ਰਬਿੰਗ ਅਲਕੋਹਲ ਕਹਿੰਦੇ ਆ। ਨਾਓ ਵਾਟ ਇਜ਼ ਰਬਿੰਗ ਅਲਕੋਹਲ? ਅਸੀਂ ਯੂਜ਼ ਕਰਦੇ ਸੈਨੀਟਾਈਜ਼ਰ, ਅਸੀਂ ਰਬ ਕਰਦੇ ਆ ਉਹਨੂੰ ਹੈਂਡ ਦੇ ਉੱਤੇ। ਸੋ ਵਾਟ ਇਜ਼ ਦੈਟ? ਰਬਿੰਗ ਅਲਕੋਹਲ। ਠੀਕ ਹੈ, ਸੋ ਰਬਿੰਗ ਅਲਕੋਹਲ ਕੌਣ ਹੈ? Isopropyl alcohol. Isopropyl alcohol also called 2-propanol, one of the most common members of the alcohol family of organic compounds. Clear point ਬੇਟਾ? ਇਹਨੂੰ 2-propanol ਦੇ ਨਾਮ ਨਾਲ ਵੀ ਜਾਣਦੇ ਆ। ਅਸੀਂ ਨੋਮਨਕਲੇਚਰ ਕੀਤਾ ਸੀ, ਉਸ ਦੇ ਵਿੱਚ ਅਸੀਂ ਨੋਮਨਕਲੇਚਰ ਕਰਨਾ ਸਿੱਖਿਆ ਸੀਗਾ, ਕਿਉਂਕਿ ਦੂਜੇ ਨੰਬਰ ਤੇ ਲੱਗਾ ਨਾ ਕਾਰਬਨ ਦੇ, ਇਸ ਕਰਕੇ ਦੂਜੇ ਨੰਬਰ ਤੇ ਓਲ ਲੱਗਾ, ਪਰ ਪ੍ਰੋਪੇਨ ਫੈਮਿਲੀ ਸੀਗੀ, ਸੋ ਇਸ ਕਰਕੇ 2-propanol ਬੋਲਦੇ ਆ। ਇਥੇਨੋਲ ਜਿਹੜੀ ਹੈ ਆਲਸੋ ਕਾਲਡ ਇਥਾਈਲ ਅਲਕੋਹਲ, ਉਹਨੂੰ ਗ੍ਰੇਨ ਅਲਕੋਹਲ ਵੀ ਬੋਲਦੇ ਆ ਕਿਉਂਕਿ ਗ੍ਰੇਨਸ ਚੋਂ ਨਿਕਲਦੀ ਹੈ, ਜਿਵੇਂ ਮੱਕੀ ਤੋਂ ਤੁਹਾਨੂੰ ਦੱਸਿਆ ਸੀਗਾ। ਠੀਕ ਹੈ, ਔਰ ਆਰਗੈਨਿਕ ਕੰਪਾਊਂਡ ਹੈ ਡੈਟ ਆਰ ਗਿਵਨ ਦਾ ਜਨਰਲ ਨੇਮ, ਇਸੇ ਕਰਕੇ ਇਹਨੂੰ ਇੱਕ ਜਨਰਲ ਨੇਮ ਦਿੱਤਾ ਗਿਆ ਅਲਕੋਹਲ ਦਾ, ਔਰ ਇਸ ਦਾ ਫਾਰਮੂਲਾ ਅਸੀਂ ਪੜਿਆ C2H5OH। ਇਥਾਈਲ ਅਲਕੋਹਲ ਦਾ ਫਾਰਮੂਲਾ C2H5OH। ਕਲੀਅਰ? ਸੋ ਇੱਥੋਂ ਅਸੀਂ ਕਹਿ ਸਕਦੇ ਕਿ ਇਥਾਈਲ ਜਿਹੜੀ ਆ ਉਹ ਆਪਾਂ ਸ਼ੂਗਰ ਕੇਨ ਜਾਂ ਕੌਰਨ ਮੱਕੀ ਤੋਂ ਬਣਾਉਂਦੇ ਆ, ਬਟ ਜਿਹੜੀ ਆਈਸੋਪ੍ਰੋਪਾਈਲ ਆ ਉਹ ਪ੍ਰੋਪੀਨ ਗੈਸ ਤੋਂ ਬਣਦੀ ਹੈ। ਠੀਕ ਹੈ, ਪ੍ਰੋਪੀਨ ਗੈਸ ਕਿੱਥੋਂ ਨਿਕਲਦੀ ਆ? ਫੋਸਿਲ ਫਿਊਲ, ਜਿਹੜੇ ਪਥਰਾਟ ਬਾਲਣ ਹੁੰਦੇ ਨੇ, ਜਿਵੇਂ ਪੈਟਰੋਲੀਅਮ ਹੋ ਗਿਆ, ਨੈਚੁਰਲ ਗੈਸ ਹੋ ਗਿਆ, ਈਵਨ ਕੋਲ ਵੀ ਹੋ ਗਿਆ। ਸੋ ਇਹਨਾਂ ਤੋਂ ਇਹ
ਆਈਸੋਪ੍ਰੋਪਾਈਲ ਬਣਦੀ ਹੈ, ਔਰ ਇਥਾਈਲ ਨੈਚੁਰਲੀ ਅਕਰਿੰਗ ਜਿਹੜੀ ਹੈ ਸਾਡੇ ਕੋਲ ਹੈਗੀ ਆ, ਜਿਵੇਂ ਮੇਜ਼ ਵਗੈਰਾ ਹੋ ਗਏ, ਕੌਰਨ ਵਗੈਰਾ ਹੋ ਗਏ। ਸੋ ਇੱਥੇ ਤੁਸੀਂ ਫਿਰ ਤੋਂ ਦੇਖ ਸਕਦੇ ਹੋ ਇਥੇਨੋਲ ਤੇ ਆਈਸੋਪ੍ਰੋਪਾਈਲ ਅਲਕੋਹਲ ਦਾ ਸਟਰਕਚਰਲ ਫਾਰਮੂਲਾ ਦਿੱਤਾ ਹੋਇਆ, ਕਿ ਸਟਰਕਚਰ ਦਿੱਤਾ ਹੋਇਆ, ਉਧਰ 2 ਕਾਰਬਨ ਲੱਗੇ ਨੇ, ਆਈਸੋਪ੍ਰੋਪਾਈਲ ਦੇ ਵਿੱਚ 3 ਕਾਰਬਨ ਲੱਗੇ ਹੋਏ ਨੇ, ਠੀਕ ਹੈ। ਔਰ ਇਹਦੇ ਵਿੱਚ ਸੈਂਟਰ 2 ਨੰਬਰ ਤੇ ਅਲਕੋਹਲਿਕ ਗਰੁੱਪ ਲੱਗਾ ਹੋਇਆ। ਸੋ ਵਾਟ ਇਜ਼ ਅਲਕੋਹਲਿਜ਼ਮ? ਅਲਕੋਹਲਿਜ਼ਮ ਕੀ ਹੈ? ਅਲਕੋਹਲਿਜ਼ਮ ਹੁੰਦਾ ਬੱਚੇ ਕਿ ਸ਼ਰਾਬ ਦਾ ਆਦੀ ਹੋ ਜਾਣਾ, ਅਲਕੋਹਲ ਦਾ ਆਦੀ ਹੋ ਜਾਣਾ। Is it right to be an alcoholism? ਕੀ ਇੱਕ ਅਲਕੋਹਲਿਜ਼ਮ ਹੋਣਾ ਸਾਡੇ ਲਈ ਵਧੀਆ ਹੈ? ਬਿਲਕੁਲ ਨਹੀਂ, ਗਲਤ ਹੈ। ਇਸ ਦੇ ਨਾਲ ਬਹੁਤ ਸਾਰੀਆਂ ਜੋ ਸਾਡੀਆਂ ਇਹ ਸਾਡੇ ਸਰੀਰ ਤੇ ਬਹੁਤ ਸਾਰਾ ਇਫੈਕਟ ਕਰਦਾ ਹੈ। ਸੋ ਆਓ ਕੁਝ ਇਫੈਕਟਸ ਪੜ੍ਹਦੇ ਹਾਂ। ਦ ਇਫੈਕਟਸ ਆਫ ਅਲਕੋਹਲ ਔਨ ਆਰ ਬੋਡੀ। ਸਾਡੇ ਸਰੀਰ ਦੇ ਉੱਤੇ ਅਲਕੋਹਲ ਦਾ ਕੋਈ ਨਾ ਕੋਈ ਤੇ ਇਫੈਕਟ ਹੁੰਦਾ ਹੋਏਗਾ ਅਗਰ ਅਸੀਂ ਬਹੁਤ ਜ਼ਿਆਦਾ ਅਮਾਊਂਟ 'ਚ ਇਸ ਨੂੰ ਲੈ ਰਹੇ ਹਾਂ, ਠੀਕ ਹੈ। ਤੇ ਕਿਹੜੇ ਇਫੈਕਟਸ ਨੇ, ਕੀ ਹੁੰਦਾ ਹੈ? ਦੇਖੋ ਇਸ ਪਿਕਚਰ ਤੋਂ ਸਾਨੂੰ ਇਹ ਦੇਖਣ ਨੂੰ ਮਿਲਦਾ ਰਿਹਾ ਨਾ ਕਿ ਅਲਕੋਹਲ ਸਾਡੇ ਆਪਾਂ ਗਲਾਸ 'ਚ ਪਾ ਕੇ ਜਦੋਂ ਪੀਂਦੇ ਆ ਤੇ ਉਹ ਸਾਡੇ ਕਿੰਨੂੰ ਇਫੈਕਟ ਕਰ ਰਿਹਾ। ਉਹ ਗਲਾਸ ਦੇ ਵਿੱਚ ਕੀ ਦਿਖਾਈ ਦੇ ਰਿਹਾ ਤੁਹਾਨੂੰ? ਬ੍ਰੇਨ। ਦੈਟ ਮੀਨਸ ਕਿ ਅਲਕੋਹਲ ਸਿੱਧਾ ਸਾਡੇ ਬ੍ਰੇਨ ਨੂੰ ਕੰਟਰੋਲ ਕਰਦਾ ਹੈ, ਖਰਾਬ ਕਰਦਾ ਹੈ। ਅਗਰ ਮੈਂ ਗੱਲ ਕਰਾਂ ਨੰਬਰ 1 ਕਹਿੰਦਾ ਫਰਸਟ ਅਲਕੋਹਲ ਇਫੈਕਟਸ ਆਫ ਫੋਰ-ਬ੍ਰੇਨ। ਸਭ ਤੋਂ ਪਹਿਲਾਂ ਅਗਰ ਸਾਡੇ ਬ੍ਰੇਨ ਦੇ 3 ਹਿੱਸੇ ਹੁੰਦੇ ਨੇ। ਪਹਿਲਾ ਪਾਰਟ forebrain and azol's motor coordination and decision making। ਜਿਹੜੇ ਅਸੀਂ ਡਿਸੀਜਨਸ ਲੈਂਦੇ ਆ, ਫੈਸਲੇ ਲੈਂਦੇ ਆ, ਸਾਡੀ ਉਹ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਨੰਬਰ 2 ਤੇ ਕਹਿੰਦਾ ਸਾਡੀ ਲੌਸ ਕੰਟਰੋਲ ਓਵਰ ਇਮੋਸ਼ਨਸ ਨਿਕਲਣੇ ਸ਼ੁਰੂ ਹੋ ਜਾਂਦੇ, ਖਤਮ ਹੋ ਜਾਂਦੇ, ਸਾਡੇ ਉੱਤੇ ਕੰਟਰੋਲ ਕਰ ਲੈਂਦਾ, ਵਾਸ਼ ਆਊਟ ਕਰ ਦਿੰਦਾ ਬ੍ਰੇਨ ਨੂੰ ਸਾਡੇ। ਤੇ ਥਰਡ ਕਹਿੰਦਾ ਫਾਈਨਲੀ ਜਿਹੜੀ ਅਲਕੋਹਲ ਆ ਉਹ ਸਾਡੇ ਬ੍ਰੇਨ ਸਟੈਮ ਨੂੰ ਅਫੈਕਟ ਕਰਦੀ ਆ, ਫਿਰ ਸਾਡੇ ਦਿਲ ਨੂੰ ਅਫੈਕਟ ਕਰਦੀ ਆ, ਸਾਡੇ ਬੋਡੀ ਦੇ ਟੈਂਪਰੇਚਰ ਨੂੰ, ਪੇਟ ਦੀ ਨੂੰ, ਐਪੇਟਾਈਟ ਨੂੰ, ਕੌਨਸ਼ੀਅਸਨੈਸ ਨੂੰ। ਅਸੀਂ ਡਿਜੀਨੈਸ 'ਚ ਰਹਿੰਦੇ ਆ, ਹੈ ਨਾ, ਹਰ ਟਾਈਮ ਡਿੱਗਦੇ ਰਹਿਣਾ, ਜਾਂ ਕੁਝ ਸਾਡੀ ਥਕਾਵਟ ਵਾਲੀ ਕੰਡੀਸ਼ਨਸ ਹੋ ਜਾਂਦੀਆਂ ਨੇ, ਸਾਨੂੰ ਸੋਚ ਸ਼ਕਤੀ ਚਲੇ ਜਾਂਦੀ ਹੈ। ਸੋ ਨਰਵਸ ਸਿਸਟਮ ਟੋਟਲੀ ਖਰਾਬ ਹੋ ਜਾਂਦਾ ਹੈ। ਸੋ ਇਹਦੇ ਨਾਲ ਕੀ ਹੁੰਦਾ ਹੈ, ਜ਼ਿਆਦਾਤਰ ਜਿਹੜੀਆਂ ਅਲਜ਼ਾਈਮਰ ਬਿਮਾਰੀਆਂ ਨੇ, ਮਲਟੀਪਲ ਸਕਲੈਰੋਸਿਸ ਨੇ, ਏਜਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਕੌਣ ਕਰ ਰਿਹਾ ਹੈ? ਰਾਈਟ, ਅਲਕੋਹਲ ਕਰ ਰਿਹਾ। ਬੱਚਿਓ ਅਲਕੋਹਲ ਦਾ ਸਭ ਤੋਂ ਪਹਿਲੀ ਫੈਮਿਲੀ ਦੇ ਮੈਂਬਰ ਦੀ ਗੱਲ ਕਰਾਂ ਤੇ ਉਹ ਹੁੰਦਾ ਮੀਥੇਨੋਲ। ਮੀਥੇਨੋਲ ਬਹੁਤ ਸਾਰੀ ਜਗ੍ਹਾ 'ਚ ਯੂਜ਼ ਹੁੰਦਾ ਹੈ, ਠੀਕ ਹੈ। ਇਹਨੂੰ ਅਸੀਂ ਨੀਟ ਅਲਕੋਹਲ ਫਿਊਲ ਦੇ ਤੌਰ ਤੇ ਯੂਜ਼ ਕਰਦੇ ਹਾਂ, ਐਗਰੀਕਲਚਰ, ਫੋਰੈਸਟ ਤੇ ਬਾਇਓਮਾਸ 'ਚ ਯੂਜ਼ ਕਰਦੇ ਹਾਂ। ਕਾਰਬਨ ਡਾਈਆਕਸਾਈਡ ਦੇ ਇਹਦੇ ਤੋਂ ਵੇਸਟ ਨਿਕਲਦੀ ਹੈ, ਠੀਕ ਹੈ, ਔਰ ਇਸ ਨੈਚੁਰਲ ਗੈਸ ਤੋਂ ਵੀ ਬਣਦਾ ਹੈ। ਕੁਝ ਮਿਊਨਿਸਪੈਲਿਟੀ ਦੇ ਵੇਸਟ ਤੋਂ ਵੀ ਨਿਕਲਦਾ ਹੈ। ਸੋ ਐਜ਼ ਇਹਨੂੰ ਬਾਇਓਡੀਜ਼ਲ ਵੀ ਯੂਜ਼ ਕੀਤਾ ਜਾਂਦਾ ਹੈ। ਬਟ ਮੀਥੇਨੋਲ ਜ਼ਿਆਦਾ ਯੂਜ਼ ਨਹੀਂ ਕੀਤਾ ਜਾਂਦਾ ਬਿਕੋਜ਼ ਇਹਦੇ ਬਹੁਤ ਸਾਰੇ ਸਾਡੀ ਬੋਡੀ ਤੇ ਇਫੈਕਟ ਨੇ। ਜਿਵੇਂ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਤੇ ਸਾਡੇ ਜਿਹੜੇ ਬਲੱਡ ਦੇ ਸਟਰੀਮ ਜਿਹੜੇ ਉਹਦੇ ਸੈਲਸ ਨੇ ਉਹਨਾਂ ਤੇ ਬਹੁਤ ਜ਼ਿਆਦਾ ਇਫੈਕਟ ਕਰਦਾ। ਬੱਚਿਓ ਅਗਰ ਮੈਂ ਗੱਲ ਕਰਾਂ ਤੇ ਲੀਵਰ, ਬਲੱਡ ਸੈਲਸ ਔਰ ਸਪੈਸ਼ਲੀ ਸਾਡੀ ਆਈਜ਼ ਦੇ ਉੱਤੇ ਇਹ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ। ਕੌਣ? ਮੀਥੇਨੋਲ। ਵੈਸੇ ਤਾਂ ਸਾਰੇ ਅਲਕੋਹਲ ਕਰਦੇ ਨੇ ਬਟ ਮੀਥੇਨੋਲ ਸਭ ਤੋਂ ਜ਼ਿਆਦਾ ਡੇਂਜਰਸ ਮੰਨਿਆ ਜਾਂਦਾ ਹੈ। ਇਸ ਦੇ ਬਹੁਤ ਸਾਰੇ ਯੂਜ਼ਸ ਨੇ, ਐਜ਼ ਅਸੀਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਮੈਨੂਫੈਕਚਰਿੰਗ ਆਫ ਕੈਮੀਕਲਸ ਦੇ ਤੌਰ ਤੇ ਇਹਨੂੰ ਯੂਜ਼ ਕਰਦੇ, ਐਜ਼ ਐਂਟੀਸੈਪਟਿਕ ਕਰਦੇ ਆ, ਕਲੀਨਿੰਗ ਪਰਪਸਿਸ ਦੇ ਤੌਰ ਤੇ ਕਰਦੇ ਆ, ਐਸਟ੍ਰਿੰਜੈਂਟ ਪਰਪਸਿਸ ਜਿਹੜੇ ਹੁੰਦੇ ਨੇ ਉਹ ਵੀ ਐਜ਼ ਡਿਸਇਨਫੈਕਟੈਂਟ ਹੀ ਹੁੰਦੇ ਨੇ। ਕੁਝ ਲੈਬੋਰੇਟਰੀ ਸੋਲਵੈਂਟਸ ਦੇ ਤੌਰ ਤੇ ਵੀ ਇਹਦਾ ਯੂਜ਼ ਕਰਦੇ ਹਾਂ, ਔਰ ਫਿਊਲ ਦੇ ਵਜੋਂ ਵੀ ਆਪਾਂ ਇਹਦਾ ਯੂਜ਼ ਕਰਦੇ ਹਾਂ। ਬੱਚਿਓ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਮੀਥੇਨੋਲ ਦਾ ਡੀਹਾਈਡਰੋਜਨੇਸ਼ਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਬਣਦਾ ਹੈ ਫਾਰਮਲਡੀਹਾਈਡ, ਯਾਨੀ ਉਹ ਐਲਡੀਹਾਈਡ ਗਰੁੱਪ ਦੇ ਵਿੱਚ ਬਦਲ ਜਾਂਦਾ ਹੈ। ਫਰਦਰ ਇਹ ਉਸ ਤੋਂ ਬਾਅਦ ਫਿਰ ਫਾਰਮਿਕ ਐਸਿਡ ਦੇ ਵਿੱਚ ਬਦਲ ਜਾਂਦਾ ਹੈ। ਫਾਰਮਿਕ ਐਸਿਡ ਯਾਨੀ ਕਾਰਬੋਕਸਿਲਿਕ ਗਰੁੱਪ ਦੇ ਵਿੱਚ ਨਾਲ ਬਣਦਾ ਹੈ ਫੋਲਿਨਿਕ ਐਸਿਡ ਔਰ ਕਾਰਬਨ ਡਾਈਆਕਸਾਈਡ ਐਂਡ ਵਾਟਰ। ਕਾਰਬਨ ਡਾਈਆਕਸਾਈਡ ਜੇ ਸਾਡੀ ਬੋਡੀ 'ਚ ਇਕੱਠਾ ਹੋ ਜਾਏਗਾ ਤਾਂ ਆਬਵੀਅਸ ਸਾਡੀ ਬੋਡੀ ਨੂੰ ਖਰਾਬ ਕਰੇਗਾ। ਇਸ ਦੇ ਕੁਝ ਫਰਦਰ ਨੇਮ ਵੀ ਨੇ, ਆਲਸੋ ਨੋਨ ਐਜ਼ ਵੁੱਡ ਐਲਕੋਹਲ। ਕਲਰਲੈਸ ਹੁੰਦਾ, ਜਿਸਦਾ ਕੋਈ ਰੰਗ ਨਹੀਂ ਹੈ, ਵੋਲੇਟਾਈਲ ਹੁੰਦਾ, ਲਿਕੁਇਡ ਦੇ ਵਿੱਚ ਉੱਡ ਜਾਂਦਾ ਹੈ ਹਵਾ ਦੇ ਖੁੱਲੇ ਹੋਏ 'ਚ, ਠੀਕ ਹੈ। ਅਲਕੋਹਲ ਦੇ ਵਾਂਗ ਹੀ ਇਹਨਾਂ ਦੀ ਸਮੈਲ ਹਾਂ ਬਾਕੀ ਸਾਰਿਆਂ ਦੀ ਇੱਕੋ ਜਿਹੀ, ਔਰ ਬਰਨਿੰਗ ਟੇਸਟ ਹੈ, ਮਤਲਬ ਅਗਰ ਇਹਦਾ ਤਿੱਖਾ ਜਿਹਾ ਟੇਸਟ ਹੈ, ਠੀਕ ਹੈ। ਸੋ ਅੱਗੇ ਆਉਂਦਾ ਹੈ ਕਿ ਇਹਦੀ ਜੋ ਟੌਕਸਿਸਿਟੀ ਹੈ, ਠੀਕ ਹੈ, ਮਤਲਬ ਉਹ ਬਹੁਤ ਜ਼ਿਆਦਾ ਹੈ, ਸਾਡੇ ਟਿਸ਼ੂਜ਼ ਦੇ ਅੰਦਰ ਜਾ ਕੇ ਉਹਦਾ ਵਾਟਰ ਕੰਟੈਂਟ ਨੂੰ ਹਾਰਮ ਕਰ ਦਿੰਦਾ ਹੈ, ਸਾਡੇ ਨਰਵ ਸੈਲ ਨੂੰ ਹਾਰਮ ਕਰਦਾ ਹੈ, ਠੀਕ ਹੈ, ਔਰ ਵਿਟਰਸ ਹਿਊਮਰ ਹੁੰਦਾ ਸਾਡੀ ਆਈ ਦੇ ਵਿੱਚ ਉਹਨੂੰ ਵੀ ਹਾਰਮ ਕਰਦਾ ਹੈ। ਕਹਿੰਦੇ ਜ਼ਿਆਦਾਤਰ ਅਲਕੋਹਲ ਜਿਹੜੀ ਹੈ ਮੀਥੇਨੋਲ ਅਗਰ ਆਪਾਂ ਬਹੁਤ ਜ਼ਿਆਦਾ ਲੈ ਲੈਂਦੇ ਹਾਂ ਤੇ ਸਾਡੇ ਮੈਟਾਬੋਲਿਕ ਜੋ ਪ੍ਰੋਸੈਸਿਸ ਨੇ ਉਹਨਾਂ ਨੂੰ ਕਹਿ ਕੇ ਕੈਪਚਰ ਕਰਕੇ
ਇਹ ਫੋਰਮਿਕ ਐਸਿਡ ਬਣਦਾ ਜੋ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਬੱਚਿਓ ਕਦੇ ਤਾਂ ਇਸ ਦੀ ਮਿਥੇਨੋਲ ਦੇ ਜ਼ਿਆਦਾ ਜਦੋਂ ਆਪਾਂ ਕੰਜ਼ੰਪਸ਼ਨ ਕਰਦੇ ਹਾਂ ਤੇ ਸਾਡੀ ਡੈਥ ਦੇ ਚਾਂਸਸ ਵੀ ਹੋ ਸਕਦੇ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਡੀਨੇਚਰਡ ਐਲਕੋਹਲ। ਡੀਨੇਚਰਡ ਐਲਕੋਹਲ ਕੀ ਹੈ? ਹੁਣੇ ਪੜ੍ਹ ਕੇ ਹਟਿਆ ਕਿ ਇਥੇਨੋਲ ਦਾ ਬਹੁਤ ਸਾਰੀ ਫੈਕਟਰੀਜ਼ ਦੇ ਵਿੱਚ ਜਾਂ ਬਹੁਤ ਸਾਰੀ ਚੀਜ਼ਾਂ ਦੇ ਵਿੱਚ ਐਜ਼ ਅ ਸੋਲਵੈਂਟ ਉਸ ਦਾ ਯੂਜ਼ ਕੀਤਾ ਜਾਂਦਾ ਹੈ, ਪਰ ਲੋਕੀ ਆਮ ਜਨਤਾ ਜੋ ਹੈ ਇਸ ਦਾ ਗਲਤ ਯੂਜ਼ ਨਾ ਕਰ ਲੇ, ਸੋ ਇਸ ਦੀ ਦੁਰਵਰਤੋਂ ਰੋਕਣ ਦੇ ਲਈ ਇਸ ਵਿੱਚ ਥੋੜਾ ਜਿਹਾ ਮੀਥੇਨੋਲ ਮਿਲਾ ਦਿੱਤਾ ਜਾਂਦਾ। ਔਰ ਸਾਨੂੰ ਪਤਾ ਹੈ ਮੀਥੇਨੋਲ ਇੱਕ ਜ਼ਹਿਰੀਲਾ ਪਦਾਰਥ ਹੁੰਦਾ ਹੈ ਜਿਸ ਨਾਲ ਇਹ ਪੀਣਯੋਗ ਨਹੀਂ ਰਹਿੰਦਾ। ਸੋ ਕਲੀਅਰ ਹੋਇਆ। ਔਰ ਬੱਚਿਓ ਅਲਕੋਹਲ ਦੀ ਪਹਿਚਾਣ ਕਰਨ ਲਈ ਇਸ ਵਿੱਚ ਰੰਗ ਵੀ ਮਿਲਾ ਕੇ ਇਸ ਨੂੰ ਥੋੜਾ ਨੀਲਾ ਕਰ ਦਿੱਤਾ ਜਾਂਦਾ ਹੈ। ਅਗਰ ਤੁਸੀਂ ਲੈਬ ਦੇ ਵਿੱਚ ਦੇਖਿਆ ਹੋਵੇ ਤੇ ਇਥਾਈਲੇਟਡ ਜਿਹੜੀ ਸਪਿਰਿਟ ਹੁੰਦੀ ਹੈ ਉਸ ਦਾ ਰੰਗ ਨੀਲਾ ਹੈ, ਅਦਰਵਾਈਜ਼ ਉਹ ਵੀ ਅਲਕੋਹਲ ਹੈ ਪਰ ਪੀਣਯੋਗ ਨਹੀਂ ਹੈ ਕਿਉਂਕਿ ਉਸ ਦੇ ਵਿੱਚ ਮੀਥੇਨੋਲ ਮਿਲਿਆ ਹੁੰਦਾ ਹੈ। ਸੋ ਇਹ ਹੁੰਦਾ ਹੈ ਕਿ ਇੱਕ ਅਲਕੋਹਲ ਦਾ ਨੇਚਰ, ਉਸ ਦਾ ਜਿਹੜਾ ਗੁਣ ਹੈ ਉਹ ਵਿਗਾੜ ਦਿੱਤਾ ਜਾਵੇ। ਸੋ ਦਿਸ ਇਜ਼ ਵਿਕ੍ਰਿਤ ਅਲਕੋਹਲ ਯਾਨੀ ਡੀਨੇਚਰਡ ਐਲਕੋਹਲ। ਸੋ ਬੱਚਿਓ ਅੱਜ ਅਸੀਂ ਕਾਰਬਨ ਯੌਗਿਕਾਂ ਦਾ ਇੱਕ ਮਹੱਤਵਪੂਰਨ ਯੌਗਿਕ ਪੜ੍ਹਿਆ ਜਿਸ ਦਾ ਨਾਮ ਹੈ ਇਥੇਨੋਲ ਔਰ ਇਸ ਦਾ ਫਾਰਮੂਲਾ ਹੈ C2H5OH। ਨਾਲ ਹੀ ਅਸੀਂ ਆਈਸੋਪ੍ਰੋਪਾਈਲ ਵੀ ਪੜ੍ਹਿਆ ਜਿਸ ਦਾ ਫਾਰਮੂਲਾ ਹੁੰਦਾ ਹੈ C3H7OH। ਅਸੀਂ ਦੇਖਿਆ ਕਿ ਆਈਸੋਪ੍ਰੋਪਾਈਲ ਅਲਕੋਹਲ ਜਿਹੜੀ ਹੈ ਉਹ ਜ਼ਿਆਦਾ ਬੈਟਰ ਹੈ ਐਜ਼ ਕੰਪੈਰੀਜ਼ਨ ਟੂ ਇਥਾਈਲ ਅਲਕੋਹਲ। ਬੱਚਿਓ ਇੱਕ ਚੀਜ਼ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸ ਦੇਵਾਂ ਕਿ ਅਸੀਂ ਯੂਜ਼ ਕਰਦੇ ਹਾਂ ਸੈਨੀਟਾਈਜ਼ਰ, ਉੱਤੇ ਲਿਖਿਆ ਹੁੰਦਾ ਕਿ 70% ਵਾਲਾ ਆਈਪੀਏ ਵਾਟ ਆਈਸੋਪ੍ਰੋਪਾਈਲ ਅਲਕੋਹਲ ਹੁੰਦਾ IPA। ਸੋ ਆਈਸੋਪ੍ਰੋਪਾਈਲ ਅਲਕੋਹਲ 70% ਇਸ ਕਰਕੇ ਯੂਜ਼ ਕਰਨਾ ਚਾਹੀਦਾ ਹੈ ਬਿਕੋਜ਼ ਕਿਉਂਕਿ ਵਾਟਰ ਥੋੜਾ ਮਿਲਿਆ ਹੋਵੇ, ਇਸੇ ਕਰਕੇ ਉਹ ਇੱਕ ਚੰਗਾ ਕੋਲਕ ਵਜੋਂ ਬਣ ਜਾਂਦਾ। ਐਜ਼ ਰਬਿੰਗ ਅਲਕੋਹਲ ਇੱਕ ਵਧੀਆ ਹੁੰਦਾ। ਜਦੋਂ ਅਸੀਂ 70% ਵਾਲਾ ਅਸੀਂ ਯੂਜ਼ ਕਰਦੇ ਹਾਂ ਆਈਸੋਪ੍ਰੋਪਾਈਲ ਅਲਕੋਹਲ ਆਪਣੀ ਸਕਿਨ ਦੇ ਉੱਤੇ ਤੇ ਸਾਡੀ ਟਿਸ਼ੂਜ਼ ਦੇ ਅੰਦਰ ਤੱਕ ਪਹੁੰਚ ਜਾਂਦਾ ਹੈ, ਜਦ ਕਿ ਅਗਰ ਅਸੀਂ 100% IPA ਸੋਲਿਊਸ਼ਨ ਲੈ ਲਿਆ, ਸੈਨੀਟਾਈਜ਼ਰ ਲੈ ਲਿਆ ਜਿਸ 'ਚ 100% ਹੈ, ਕੋਈ ਵਾਟਰ ਨਹੀਂ ਮਿਲਿਆ ਹੋਇਆ, ਬੱਚਿਓ ਉਹ ਸਾਡੀ ਸਕਿਨ ਦੇ ਸਿਰਫ ਉੱਪਰਲੀ ਕੋਟਿੰਗ ਤੱਕ ਰਹਿੰਦਾ ਹੈ, ਉਹ ਅੰਦਰ ਤੱਕ ਪੈਨੀਟ੍ਰੇਟ ਨਹੀਂ ਕਰ ਪਾਉਂਦਾ ਜਿਸ ਦੇ ਕਰਕੇ ਪ੍ਰੋਪਰ ਡਿਸਇਨਫੈਕਟ ਨਹੀਂ ਹੁੰਦਾ ਕਿਉਂਕਿ ਵਾਟਰ ਉਸ ਨੂੰ ਸੋਲਿਊਟ ਕਰਕੇ ਉਹਨੂੰ ਕੋਲ ਕੇ ਅੰਦਰ ਤੱਕ ਲੈ ਕੇ ਜਾਂਦਾ ਹੈ। ਸੋ ਜਿਸ ਦੇ ਕਰਕੇ 70% ਇਜ਼ ਮੋਰ ਬੈਟਰ ਦੈਨ 100% IPA ਯਾਨੀ ਆਈਸੋਪ੍ਰੋਪਾਈਲ ਅਲਕੋਹਲ। ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਜੋ ਅੱਜ ਦਾ ਲੈਕਚਰ ਹੈ ਜੋ ਅਸੀਂ ਇਥੇਨੋਲ ਦੇ ਬਾਰੇ ਪੜ੍ਹਿਆ ਔਰ ਆਈਸੋਪ੍ਰੋਪਾਈਲ ਔਰ ਮੀਥੇਨੋਲ ਦੇ ਬਾਰੇ ਵੀ ਰੀਡ ਆਊਟ ਕੀਤਾ, ਉਹਨਾਂ ਦੇ ਗੁਣ ਪੜ੍ਹੇ, ਯੂਜ਼ਸ ਪੜ੍ਹੇ, ਤੁਹਾਨੂੰ ਅੱਜ ਦਾ ਲੈਕਚਰ ਬਹੁਤ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਏਗਾ। ਬੱਚਿਓ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਤੁਹਾਡੇ ਛੋਟੇ ਬਣ ਕੇ ਪੇਪਰ ਦੇ ਵਿੱਚ ਆ ਸਕਦੇ ਹਨ। ਅਗਲੀ ਅਸੀਂ ਵੀਡੀਓ ਦੇ ਵਿੱਚ ਇਥੇਨੋਇਕ ਤੇਜ਼ਾਬ, ਉਸਦੇ ਗੁਣ ਅਤੇ ਉਸਦੀ ਜੋ ਵਰਤੋਂ ਹੈ ਉਸ ਦੇ ਬਾਰੇ ਪੜ੍ਹਾਂਗੇ। ਟਿਲ